let me start recording because it's जरूरी है, otherwise ਤੁਹਾਨੂੰ problem आएगी। So CG and Raka coefficients. So जिस तरह बेटा जिस तरह आप 1 plus x raised to power n ਦੀ binomial expansion ओपन करने की गल करते हैं, ਉਹਦੇ ਵਿੱਚ ਆਪਣੇ ਕੋਲ n ਆਂਦਾ ਹੈ, ਆਪਣੇ ਕੋਲ n into n minus 1 divided by 2 factorial ਆਂਦਾ ਹੈ, so on nc1 nc2 ਜਾਂ ncn ਆਂਦੇ ਹੈ, ਜਿਸ ਤਰ੍ਹਾਂ ਆਪਾਂ ਉਹਦੇ ਵਿੱਚ combinations ਆਂਦੇ ਹੈ। ਸੋ ਜਦੋਂ ਜਿਹੜਾ ਆਪਾਂ 1 plus x ਦੀ ਐਕਸਪੈਂਸ਼ਨ ਰੇਜ਼ਡ ਟੂ ਪਾਵਰ n ਦੀ ਐਕਸਪੈਂਸ਼ਨ ਕਰਦੇ ਆ ਤਾਂ 1 plus x ਸਕੁਅਰ ਦੇ ਨਾਲ ਜਿਹੜੇ ਕੋਐਫੀਸ਼ੀਐਂਟਸ ਆਣਗੇ ਉਹ ਆਪਣੇ ਲਈ ਉਹਦੀਆਂ weight ਹੁੰਦਾ ਹੈ। ਸੋ ਹਰ ਇੱਕ ਕੋਐਫੀਸ਼ੀਐਂਟ ਦਾ x ਸਕੁਅਰ ਦਾ ਕਿੰਨਾ ਪਾਰਟ ਹੋਏਗਾ, ਕਿੰਨਾ ਸ਼ੇਅਰ ਹੋਏਗਾ, 10% ਹੈ ਜਾਂ 15% ਹੈ, ਉਹਨੂੰ ਆਪਾਂ ਉਹਦੇ ਕੋਐਫੀਸ਼ੀਐਂਟਸ ਦੇ ਨਾਮ ਨਾਲ ਜਾਣਦੇ ਹਾਂ। तो CG ਕੋਐਫੀਸ਼ੀਐਂਟਸ ਕੀ ਹੁੰਦੇ ਬੇਟਾ? CG ਕੋਐਫੀਸ਼ੀਐਂਟਸ ਤੁਹਾਡੇ ਜਦੋਂ ਐਂਗੂਲਰ ਮੋਮੈਂਟਮ ਦੋ ਕਪਲ ਕਰਦੇ ਆ, ਸੋ ਸਪੋਜ਼ ਕਰੋ ਤੁਹਾਡੇ ਕੋਲ ਦੋ ਇੰਡੀਪੈਂਡੈਂਟ ਕੁਆਂਟਮ ਸਿਸਟਮ ਹੈ ਜਾਂ ਇੱਕ ਹੀ ਸਿਸਟਮ ਦੇ ਦੋ ਇੰਡੀਪੈਂਡੈਂਟ ਦੋ ਕੁਆਂਟਮ ਨੰਬਰਸ ਹੈਗੇ ਆ, ਜਦੋਂ ਉਹਨਾਂ ਨੂੰ ਕਪਲ ਕਰਨ ਦੀ ਗੱਲ ਹੈਗੀ, ਜਸਟ ਲਾਈਕ ਆਰਬਿਟਲ ਐਂਗੂਲਰ ਮੋਮੈਂਟਮ ਐਂਡ ਸਪਿਨ ਐਂਗੂਲਰ ਮੋਮੈਂਟਮ ਹੋ ਗਏ, ਜਾਂ ਫਿਰ ਤੁਹਾਡੇ ਕੋਲ ਦੋ ਸਿਸਟਮ ਇੰਡੀਪੈਂਡੈਂਟ ਹੈ J1 ਐਂਡ J2 ਹੋ ਗਏ, ਟੋਟਲ ਐਂਗੂਲਰ ਮੋਮੈਂਟਮ ਇੱਕ ਦਾ J1 ਹੋ ਗਿਆ, ਦੂਸਰੇ ਦਾ J2 ਹੋ ਗਿਆ, ਅਗਰ ਦੋਨੋਂ ਕਪਲ ਕਰ ਲਗੇ ਤਾਂ ਉਹਦੇ ਵਿੱਚ ਜਿਹੜੇ ਕੋਐਫੀਸ਼ੀਐਂਟਸ ਆਣਗੇ ਉਹਨੂੰ ਆਪਾਂ CG ਕੋਐਫੀਸ਼ੀਐਂਟ ਦਾ ਨਾਮ ਦਿੱਤਾ ਜਾਂਦਾ ਹੈ। ਠੀਕ, ਸੋ ਇਸ ਤਰ੍ਹਾਂ ਦੀ ਪ੍ਰੋਪਰਟੀਆਂ ਆਪਣੇ ਕੋਲ ਆਣਗੀਆਂ। ਸੋ CG ਕੋਐਫੀਸ਼ੀਐਂਟ ਐਂਡ ਰਾਕਾ ਕੋਐਫੀਸ਼ੀਐਂਟ ਥੋੜਾ ਆਰਾਮ ਦੇ ਨਾਲ ਇਹਨੂੰ ਕੰਮ ਕਰਾਂਗੇ ਬੇਟਾ ਆਪਾਂ, ਕਿਉਂਕਿ ਇਹ ਥੋੜਾ ਜਿਹਾ ਇਲੈਬੋਰੇਟ ਕਰਨ ਵਾਲਾ ਟੌਪਿਕ ਹੈ ਐਂਡ ਕਨਫਿਊਜ਼ਿੰਗ ਵੀ ਬਹੁਤ ਜ਼ਿਆਦਾ ਹੈ। ਤੁਸੀਂ ਅਗਰ ਸਟਾਰਟਿੰਗ ਦੇ ਵਿੱਚ ਤੁਹਾਨੂੰ ਅਗਰ ਇੱਕ ਚੀਜ਼ ਪਤਾ ਲੱਗ ਗਈ ਤਾਂ ਹੋ ਸਕਦਾ ਨੈਕਸਟ ਟਾਈਮ ਦੇ ਵਿੱਚ ਤੁਸੀਂ ਉਸੇ ਚੀਜ਼ ਨੂੰ ਕਨਫਿਊਜ਼ ਕਰ ਦਿਓ। ਸੋ ਆਪਾਂ ਥੋੜਾ ਆਰਾਮ ਦੇ ਨਾਲ ਹੀ ਕੰਮ ਕਰਾਂਗੇ। So consider two independent quantum systems or parts of a single system। तो ये चीज मैं ਤੁਹਾਨੂੰ ਪਹਿਲੇ ਦੱਸ ਦਿੰਦਾ ਬੇਟਾ, ਜਿਹੜੀ ਮੈਂ ਤੁਹਾਡੇ ਲਈ ਜਿਹੜੇ ਨੋਟਸ ਵਿੱਚ ਨੋਟੇਸ਼ਨ ਲਈ ਹੋਈ ਹੈ, ਇਹ ਤੁਹਾਡੇ ਕੋਲ ਵੇਵ ਫੰਕਸ਼ਨ ਦੀ ਨੋਟੇਸ਼ਨ ਹੈ, ਸਾਈ ਦੀ ਫਾਰਮ ਹੋ ਜਾਏਗੀ, ਲੇਕਿਨ ਜਿਹੜਾ ਤੁਹਾਡੇ ਕੋਲ MK ਪੌਲ ਦਿੱਤੀ ਹੋਈ ਹੈ ਜਾਂ ਤੁਹਾਡੇ ਕੋਲ ਰॉय ਐਂਡ ਨਿਗਮ ਦੀ ਫਾਰਮ ਦੇ ਵਿੱਚ ਦਿੱਤਾ ਹੋਇਆ, ਉਹ ਤੁਹਾਡੇ ਕੋਲ ਕੈਟ ਐਂਡ ਬਰਾ ਦੇ ਵਿੱਚ ਰਿਜ਼ਲਟ ਲਿਖੇ ਹੋਏ ਆ। ਠੀਕ ਹੈ, ਉਹ ਜਿਹੜੇ ਵੇਵ ਫੰਕਸ਼ਨ ਹੈ ਉਹ ਕੈਟ ਬਰਾ ਨੋਟੇਸ਼ਨਸ ਵਿੱਚ ਲਿਖੇ ਹੋਏ ਆ। ਸੋ ਮੀਨਿੰਗ ਸੇਮ ਹੀ ਹੈ, ਜਿਹੜੇ ਕੋਐਫੀਸ਼ੀਐਂਟਸ ਹੋਣਗੇ ਉਹ ਰਿਜ਼ਲਟ ਉਹੀ ਹੋਣਗੇ, ਲੇਕਿਨ ਤੁਹਾਡੇ ਕੋਲ ਨੋਟੇਸ਼ਨ ਦਾ ਥੋੜਾ ਜਿਹਾ ਫਰਕ ਪੈ ਜਾਏਗਾ। ਲੇਕਿਨ ਹੁਣ ਮੈਂ ਵੇਵ ਫੰਕਸ਼ਨ ਫਾਰਮ ਦੇ ਵਿੱਚ ਸਾਈ ਦੀ ਫਾਰਮ ਦੇ ਵਿੱਚ ਲੈ ਕੇ ਆਇਆ ਬਿਕਾਜ਼ ਤੁਹਾਡੇ ਲਈ ਇੱਥੇ ਸਮਝਣਾ ਆਸਾਨ ਹੋਏਗਾ ਐਸ ਕੰਪੇਅਰ ਟੂ ਕੈਟਸ ਐਂਡ ਬਰਾਸ, ਬਿਕਾਜ਼ ਉੱਥੇ ਤੁਹਾਡੇ ਕੋਲ ਉਲਝਣਾ ਜ਼ਿਆਦਾ ਹੋ ਜਾਂਦੀਆਂ, ਉੱਥੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਕੈਟ ਲਿਖੀ ਹੋਈ ਹੈ ਕਿੱਥੇ ਬਰਾ ਲਿਖੀ ਹੋਈ ਹੈ, ਜਾਂ ਫਿਰ ਤੁਹਾਡੇ ਕੋਲ ਜਿਹੜੇ ਸਿੰਪਲ ਕਿਹੜੇ ਹੈ ਉੱਥੇ ਪਿਕਚਰਾਈਜੇਸ਼ਨ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਇਸੇ ਕਰਕੇ ਮੈਂ ਵੇਵ ਫੰਕਸ਼ਨ ਫਾਰਮ ਦੇ ਵਿੱਚ ਲੈ ਕੇ ਆਇਆ। ਸੋ ਇਟ ਇਜ਼ ਅ ਟੋਟਲੀ ਡਿਫਰੈਂਟ ਕਨਸੈਪਟ, ਜਿਹੜਾ ਕਿ ਤੁਹਾਡੇ ਵੀ ਕਨਸੈਪਟ ਉਹੀ ਹੈ, not the different concept वही है, बस picture different होएगी थोड़ी सी। So consider two independent quantum systems, अपने को दो independent quantum system लिखे हुए हैं और parts of a single system with angular momenta denoted by J1 and J2। So अपने को दो independent quantum system देते हुए बेटा, one is J1 and second one is J2। So these may be angular quantum number, orbital angular quantum number operators of two different particles, or it may be two spin quantum numbers of different particles। तो ये orbital angular momentum में भी correspond कर सकते हैं। तो different particles they may be L1 L2, they may be S1 S2, they may be J1 J2। so किसी भी चीज ਨੂੰ correspond कर सकते हैं। तो ਇਹਨਾਂ ਦੀ computation relation आपको पता है। so Jx1 into Jy1 it will be equal to iota J Z ਦੇ ਬਰਾਬਰ ਆ ਜਾਏਗਾ। so Jx1 Jy1 it will be iota equal to iota JZ1 ਦੇ ਬਰਾਬਰ ਆ ਜਾਏਗਾ। Jx2 Jy2 it will be equal to iota JZ2 ਦੇ ਬਰਾਬਰ ਆ ਜਾਏਗਾ। similarly for 3 I will be equal to 3 Jx3 to Jy3 it will be equal to iota JZ3। so ਇਹਦਾ ਕੰਪਿਊਟੇਸ਼ਨ ਰਿਲੇਸ਼ਨ ਦਾ ਮਤਲਬ ਕੀ ਹੈ? ਸੋ ਅਗਰ ਤੁਹਾਡਾ ਜਿਹੜਾ ਐਂਗੂਲਰ ਮੋਮੈਂਟਮ ਜਿਹੜਾ ਹੈਮਿਲਟੋਨੀਅਨ ਹੈ, ਅਗਰ ਤੁਹਾਡੇ ਕੁਆਂਟਮ ਨੰਬਰ ਦੇ ਨਾਲ ਜਿਹੜਾ ਕਿ ਤੁਸੀਂ ਡਿਜ਼ਾਇਰਡ ਕੁਆਂਟਮ ਨੰਬਰ ਹੈ ਅਗਰ ਉਹਦੇ ਨਾਲ ਕੰਪਿਊਟ ਕਰ ਰਿਹਾ ਤਾਂ ਤੁਸੀਂ HC ਵਰਮਾ ਦੇ ਵਿੱਚ ਲੈਕਚਰ ਵਿੱਚ ਵੀ ਦੇਖਿਆ ਹੋਵੇਗਾ, ਤਾਂ ਉਹਦੀ ਕੋਰਸਪੋਂਡਿੰਗ ਤੁਹਾਡੇ ਕੋਲ ਡੈਫੀਨਿਟ ਵੈਲਿਊ ਆਏਗੀ। ਅਗਰ ਤੁਹਾਡੇ ਕੋਲ ਵੈਕਟਰ ਜਿਹੜਾ ਹੈ, ਤੁਹਾਡੇ ਕੋਲ ਜਿਹੜਾ ਕੁਆਂਟਮ ਨੰਬਰ ਹੈ ਕੰਪਿਊਟ ਨਹੀਂ ਕਰੇਗਾ ਹੈਮਿਲਟੋਨੀਅਨ ਦੇ ਨਾਲ, ਤਾਂ ਤੁਹਾਡੇ ਕੋਲ ਡੈਫੀਨਿਟ ਨੰਬਰ ਨਹੀਂ ਆਏਗਾ, that will not be a good quantum number। so ਜਿਸ ਕੁਆਂਟਮ ਨੰਬਰ ਦੀ ਤੁਹਾਡੇ ਕੋਲ ਡੈਫੀਨਿਟ ਵੈਲਿਊ ਆਉਂਦੀ ਹੈ ਆਫਟਰ ਕੰਪਿਊਟਿੰਗ ਵਿਦ ਦੀ ਹੈਮਿਲਟੋਨੀਅਨ, ਤਾਂ ਉਸ ਨੂੰ ਆਪਾਂ ਗੁੱਡ ਕੁਆਂਟਮ ਨੰਬਰ ਕਹਾਂਗੇ। ਜਿਸ ਹੈਮਿਲਟੋਨੀਅਨ ਜਿਸ ਕੁਆਂਟਮ ਨੰਬਰ ਦੀ ਤੁਹਾਡੇ ਕੋਲ ਡੈਫੀਨਿਟ ਵੈਲਿਊ ਅਵੇਲੇਬਲ ਨਹੀਂ ਹੈ, ਤਾਂ ਉਸ ਨੂੰ ਆਪਾਂ ਗੁੱਡ ਕੁਆਂਟਮ ਨੰਬਰ ਕਦੇ ਵੀ ਨਹੀਂ ਕਹਾਂਗੇ। ਠੀਕ ਹੈ, ਸੋ ਉਸ ਦੇ ਬੇਸ ਤੋਂ ਤੁਸੀਂ ਥਿਊਰੀ ਨਹੀਂ ਡਿਜ਼ਾਈਨ ਕਰੋਗੇ। ਸੋ your theory will be designed only according to the good quantum numbers। ਸੋ ਅਗਰ ਤੁਸੀਂ ਪ੍ਰੋਪਰਲੀ ਨਿਊਕਲੀਅਰ ਫਿਜ਼ਿਕਸ ਨੂੰ ਸਟੱਡੀ ਕਰੋਗੇ ਤਾਂ ਗੁੱਡ ਕੁਆਂਟਮ ਨੰਬਰ ਦਾ ਕਨਸੈਪਟ ਤੁਸੀਂ ਕਈ ਵਾਰ ਡਿਸਕਸ ਕੀਤਾ ਹੋਇਆ ਦੇਖਿਆ ਜਾਏਗਾ। ठीक है जी। so j square into jz it will always be equal to 0। so jx and jy अगर कम्यूट कर रहे हैं तो iota into jz बनेगा, j square and jz कम्यूट कर रहे हैं तो उसके कोरस्पोंडिंग ਤੁਹਾਡੇ ਕੋਲ 0 आएगा। ठीक है, so they are commuting। so and j1 and j2 ਤੁਹਾਡੇ ਕੋਲ ਕਮਿਊਟ ਕਰ ਰਹੇ, so they commute with each other। so ਜੇ ਅਗਰ j1 j2 ਕਮਿਊਟ ਕਰ ਰਹੇ ਹਨ ਮਤਲਬ ਕਿ ਉਹਨਾਂ ਦੇ ਜਿਹੜੇ ਕੁਆਂਟਮ ਨੰਬਰ ਹੋਣਗੇ ਉਹਨਾਂ ਦੀ ਇੱਕ ਡੈਫੀਨਿਟ ਵੈਲਿਊ ਐਗਜ਼ਿਸਟ ਕਰੇਗੀ।
सो ये चीज अपने को रिलेशन दिते हुए है। तो उस तो बाद आप गल करते हैं मेन स्ट्रीम की। सो लैट एक वेव फंक्शन है, सॉरी फर्स्ट सिस्टम जो है सिस्टम नंबर 1 ਉਹਦਾ ਜਿਹੜਾ ਵੇਵ ਫੰਕਸ਼ਨ ਹੈ दैट इज साई, ਉਹਦੀ ਜਿਹੜੇ ਆਈਗਨ ਫੰਕਸ਼ਨ ਹੈ। ਸੋ ਇਹਦੇ ਵਿੱਚ ਜਿਹੜੇ ਵੇਵ ਵੈਕਟਰ ਕੁਆਂਟਮ ਨੰਬਰ ਦਿੱਤੇ ਹੋਏ, ਇਹਦਾ ਕੁਆਂਟਮ ਨੰਬਰ ਹੋ ਗਿਆ J1 ਐਂਡ M1 ਉਹਦੇ ਕੋਰਸਪੋਂਡਿੰਗ, एंड सेकंड जो सिस्टम है J2 एंड M2। सो सिस्टम नंबर 1 का जो वेव फंक्शन J1 M1 लिखा हुआ है, ਉਹਦੇ ਕੋਰਸਪੋਂਡਿੰਗ ਜਿਹੜਾ वेव फंक्शन है that is J2 and M2 ਦੇ ਬਰਾਬਰ ਦਿੱਤਾ ਹੋਇਆ। so they will be simultaneous angular momentum eigen functions of these two quantum systems which satisfy। so ਆਪਣੇ ਕੋਲ ਜਿਹੜੇ ਦੋ quantum system ਹੈ ਉਹਦੇ ਕੋਰਸਪੋਂਡਿੰਗ J1 ਦੇ J1 ਸਕੁਅਰ ਅਗਰ ਇਸ ਵੇਵ ਫੰਕਸ਼ਨ ਦੇ ਉੱਪਰ ਆਪਰੇਟ ਕਰੇਗਾ ਤਾਂ ਉਸਦੀ ਕੋਰਸਪੋਂਡਿੰਗ ਤੁਹਾਡੇ ਕੋਲ ਡੈਫੀਨਿਟ ਵੈਲਿਊ ਆਏਗੀ, ਐਂਡ J1Z ਅਗਰ ਇਸ ਵੇਵ ਫੰਕਸ਼ਨ ਦੇ ਉੱਪਰ ਆਪਰੇਟ ਕਰੇਗਾ ਤਾਂ ਵੀ ਤੁਹਾਡੇ ਕੋਲ ਇੱਕ ਡੈਫੀਨਿਟ ਵੈਲਿਊ ਐਗਜ਼ਿਸਟ ਕਰੇਗੀ। ਸੋ ਡੈਫੀਨਿਟ ਵੈਲਿਊਜ਼ ਕਿਹੜੀਆਂ ਹੋਣਗੀਆਂ J1 ਦੀਆਂ? ਸੋ ਆਪਣੇ ਕੋਲ J1 J1 1 ਦੇ ਕੋਰਸਪੋਂਡਿੰਗ ਆਈਗਨ ਵੈਲਿਊ ਆਏਗੀ, ਐਂਡ J1 ਦੇ ਕੋਰਸਪੋਂਡਿੰਗ ਆਪਣੇ ਕੋਲ M1 ਆਪਣੇ ਕੋਲ ਆਈਗਨ ਵੈਲਿਊ ਰੇਜ਼ ਹੋਏਗੀ। ਸੋ ਤੁਹਾਡੇ ਕੋਲ ਜਿਹੜਾ ਵੇਵ ਫੰਕਸ਼ਨ ਹੈ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ। ਅਗਰ ਤੁਸੀਂ ਉਹਦੇ ਉੱਪਰ ਆਪਰੇਟਰ ਦੇ ਨਾਲ ਆਪਰੇਟ ਕਰੋਗੇ ਤਾਂ ਉਹਦੇ ਵਿੱਚ ਤੁਹਾਡੇ ਕੋਲ ਰਿਜ਼ਲਟ ਬਾਹਰ ਆ ਜਾਏਗਾ। ਠੀਕ ਹੈ ਜੀ। ਸੋ ਇਟ ਇਜ਼ ਜਸਟ ਲਾਈਕ ਏ ਬਾਕਸ ਜਿਹਦੇ ਵਿੱਚ ਤੁਸੀਂ ਤੇ ਸਾਰਾ ਕੁਝ ਰੱਖਿਆ ਹੋਇਆ ਹੈ। ਅਗਰ ਤੁਸੀਂ ਉਹਦੇ ਅਗਰ ਤੁਸੀਂ ਉਹਨੂੰ ਖੋਲ ਕੇ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਆਪਣੇ ਡਿਜ਼ਾਇਰਡ ਮਟੀਰੀਅਲ ਜਿਸ ਚੀਜ਼ ਦੀ ਰਿਕੁਆਇਰਮੈਂਟ ਹੈ ਤੁਸੀਂ ਕੱਢ ਸਕਦੇ ਹੋ। सो M1 अपने को इस केस ਦੇ ਵਿੱਚ ਕੀ ਹੈ ਬੇਟਾ, M1 ਦੀ ਵੈਲਿਊ ਕੀ ਹੋਏਗੀ -J1 to J1 ਦੇ ਬਰਾਬਰ ਹੋਏਗੀ ਵਿਦ ਦ ਇੰਕਰੀਮੈਂਟ ਆਫ 1 ਦੇ ਬਰਾਬਰ ਹੋ ਜਾਏਗਾ। ਸੋ ਇਹ ਸਿੰਪਲ ਜਿਹੜੀਆਂ ਪ੍ਰੋਪਰਟੀਆਂ ਹੈ ਦੋਨੋਂ ਕੁਆਂਟਮ ਸਿਸਟਮ ਦੀਆਂ ਸਟਾਰਟਿੰਗ ਦੇ ਵਿੱਚ ਆਪਾਂ ਲਿਖੀਆਂ ਹੋਈਆਂ। ਸੋ ਸਿਮਿਲਰਲੀ J2 ਸਿਸਟਮ ਜਿਹੜਾ ਹੈ, ਜਿਹੜਾ ਸੈਕੰਡ ਕੁਆਂਟਮ ਨੰਬਰ ਹੈ, ਸੈਕੰਡ ਕੁਆਂਟਮ ਸਿਸਟਮ ਹੈ, ਉਹਦੇ ਕੋਰਸਪੋਂਡਿੰਗ ਜਿਹੜਾ J2 ਉਹਦੇ J2 ਸਕੁਅਰ ਅਗਰ ਆਪਰੇਟ ਕਰੇਗਾ ਤਾਂ ਉਹਦੇ ਕੇਸ ਵਿੱਚ J2 ਦੀ ਵੈਲਿਊਜ਼ ਆਣਗੀਆਂ ਐਂਡ M2 ਦੀਆਂ ਵੈਲਿਊਜ਼ ਆਣਗੀਆਂ, ਐਂਡ M2 ਵਿਲ ਬੀ ਇਕੁਅਲ ਟੂ -J2 ਤੋਂ ਲੈ ਕੇ J2 ਦੇ ਬਰਾਬਰ ਆ ਜਾਏਗਾ। So simultaneous eigen functions of the operators J1 square, J1Z, J2 square and J2Z are given by the product। So ਦੋਨਾਂ ਦੀਆਂ simultaneous eigen values ਕਿਸ ਤਰ੍ਹਾਂ ਆਣਗੀਆਂ ਬੇਟਾ? ਫਿਲਹਾਲ ਦੀ ਘੜੀ ਆਪਾਂ ਦੋਨਾਂ ਨੂੰ ਇੰਡੀਪੈਂਡੈਂਟਲੀ ਕੰਸੀਡਰ ਕੀਤਾ ਸੀ। ਆਪਾਂ ਅਗਰ simultaneity ਦੀ ਗੱਲ ਕਰਾਂਗੇ ਬਿਕੋਜ਼ ਆਪਾਂ ਦੋਨੋਂ ਐਂਗਲ ਮੋਮੈਂਟਮ ਨੂੰ ਕਪਲ ਕਰਨਾ ਹੈ ਤਾਂ ਉਸ ਕੇਸ ਦੇ ਵਿੱਚ ਇਹਨਾਂ ਦੀ simultaneous ਵੈਲਿਊ ਕਿੰਨਾ ਆਏਗੀ psi1 into psi2 ਦੇ ਬਰਾਬਰ ਆ ਜਾਏਗੀ। ਸੋ ਇਹ ਚੀਜ਼ਾਂ ਤੁਸੀਂ ਕਿਤੇ ਨਾ ਕਿਤੇ ਕੁਆਂਟਮ ਮਕੈਨਿਕਸ ਦੇ ਵਿੱਚ ਆਲਰੇਡੀ ਪੜ੍ਹੀਆਂ ਹੋਈਆਂ। ਠੀਕ। So total angular momentum operator of the two systems। एक मिनट बेटा। So अब टोटल एंगुलर मोमेंटम ऑफ द टू सिस्टम्स अपने को की आ जाएगा। सो ये ਆਪਾਂ ਸਟੱਡੀ ਕੀਤਾ ਹੈ ਬੇਟਾ ਕਿ ਅਗਰ ਦੋਨੋਂ ਵੇਵ ਫੰਕਸ਼ਨਸ ਨੂੰ ਆਪਾਂ ਸਾਈਮਲਟੇਨੀਅਸਲੀ ਲੈ ਕੇ ਚੱਲਾਂਗੇ, ਆਈਗਨ ਫੰਕਸ਼ਨਸ ਨੂੰ ਲੈ ਕੇ ਚੱਲਾਂਗੇ, ਅਗਰ ਆਪਾਂ ਐਂਗੁਲਰ ਮੋਮੈਂਟਮ ਨੂੰ ਕਪਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਹੋ ਜਾਏਗਾ J1 J2 एंड Jz ਕੀ ਹੋ ਜਾਏਗਾ J1Z एंड J2Z ਦੇ ਬਰਾਬਰ ਹੋ ਜਾਏਗਾ। ਸੋ ਦੇ will form a set of commuting operators। so J1 square J2 square J square and Jz will form a set of commuting operators and ਇਹਨਾਂ ਦੀਆਂ ਆਈਗਨ ਵੈਲਿਊਜ਼ ਜਿਹੜੀਆਂ ਉਹ ਤੁਹਾਡੀਆਂ डेफिनेट होंगे, क्वांटम नंबर डेफिनेट होंगे। सो लेट अस डिनोट बाय J psi of J1 J2 J and M the coupled eigen functions which are simultaneous eigen functions of the operators। एक मिनट। ਸੋ ਆਪਾਂ ਕੀ ਕੀਤਾ ਹੋਇਆ ਬੇਟਾ, ਹੁਣ ਆਪਾਂ ਕੀ ਕੀਤਾ J1 ਐਂਡ J2 ਨੂੰ ਕਪਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ J1 J2 ਨੂੰ ਕਪਲ ਕਰੋਗੇ ਤਾਂ ਆਪਣੇ ਕੋਲ ਕੈਪੀਟਲ J ਬਣੇਗਾ ਐਂਡ ਉਹਦੇ ਕੋਰਸਪੋਂਡਿੰਗ ਇੱਕ ਮੈਗਨੈਟਿਕ ਕੁਆਂਟਮ ਨੰਬਰ ਆਏਗਾ that will be M। So the coupled eigen functions which are simultaneous eigen functions of the operators this satisfy। so ਇਹਦੀ ਕਿਹੜੀ ਇਕੁਏਸ਼ਨ ਨੂੰ ਸੈਟੀਸਫਾਈ ਕਰਨਗੇ ਜਦੋਂ ਆਪਾਂ ਇਹਨਾਂ ਨੂੰ ਕਪਲ ਕਰਾਂਗੇ। ਸੋ J ਸਕੁਅਰ ਨੂੰ ਅਗਰ ਲਿਖੋਗੇ ਤਾਂ ਬਿਕੋਜ਼ ਇਹ ਤੁਹਾਡਾ ਵੇਵ ਫੰਕਸ਼ਨ ਹੈ, ਵੇਵ ਫੰਕਸ਼ਨ ਦੇ ਵਿੱਚ J ਦੀ ਵੈਲਿਊ ਵੀ ਹੋਏਗੀ, ਇਸ ਕਰਕੇ ਤੁਹਾਡੇ ਕੋਲ J1 and J2 ਜਦੋਂ ਕਪਲ ਕੀਤਾ ਜਾਏਗਾ ਤਾਂ J ਸਕੁਅਰ ਕੀ ਡਿਪਿਕਟ ਕਰੇਗਾ, ਇਟ ਵਿਲ ਬੀ ਪਿਕਿੰਗ ਆਊਟ J into J+1 ਦੇ ਬਰਾਬਰ ਆ ਜਾਏਗਾ। ठीक। अगर Jz ऑपरेट करोगे कपल्ड सिस्टम के ऊपर तो उस केस ਦੇ ਵਿੱਚ M ਬਾਹਰ ਆ ਜਾਏਗਾ। ਸੋ ਤੁਹਾਡੇ ਕੋਲ ਕਪਲਡ ਸਿਸਟਮ ਦੇ ਕੋਰਸਪੋਂਡਿੰਗ ਵੈਲਿਊਜ਼ ਆਪਣੇ ਕੋਲ ਆਉਣ ਲੱਗ ਜਾਣਗੀਆਂ। ਸੋ J ਕੀ ਹੋ ਜਾਏਗਾ ਬੇਟਾ, ਦੋਨਾਂ ਦੀ ਕਪਲਿੰਗ ਦੇ ਕੋਰਸਪੋਂਡਿੰਗ J1 J2 ਤੋਂ ਲੈ ਕੇ J1 J2 ਦੇ ਤੱਕ ਤੁਹਾਡੇ ਕੋਲ ਰਿਜ਼ਲਟ ਆ ਜਾਏਗਾ। ਸੋ M will turn out to be -1 J ਤੋਂ ਲੈ ਕੇ J ਤੱਕ ਵਿਦ ਇੰਕਰੀਮੈਂਟ ਆਫ 1। ਸੋ ਆਪਣੇ ਕੋਲ ਆਈਗਨ ਫੰਕਸ਼ਨਸ ਕਿੰਨੇ ਹੋਣਗੇ ਬੇਟਾ, अपने को आइगन फंक्शंस होंगे अगर psi1 है तो उसके कोरस्पोंडिंग 2j +1 आ जाएगा, और दूसरे एंड से अगर psi2 है उसके कोरस्पोंडिंग भी 2j +1 आ जाएगा। सो दोनों की अगर प्रोडक्ट ले लो तो अपने को टोटल नंबर ऑफ साइमल्टेनियस आइगन फंक्शंस आ जाएंगे।
सो ये जो प्रोडक्ट है, प्रोडक्ट आइगन फंक्शन psi1 एंड psi2 ऑफ द ऑपरेटर्स बाय द यूनिटी ट्रांसफॉर्मेशन। हुण अपने कोल की है बेटा, अपने कोल दो सीगे बेटा, अगर ਆਪਾਂ ਦੋਨੇ इंडिपेंडेंट सीगे एंड ਜਿਹੜਾ कपल्ड सिस्टम ਬਣਿਆ ਹੋਇਆ ਇਹ ਤੇ ਮਸਟ ਬੀ ਰਿਲੇਟਡ ਬਾय ਸਮ यूनिटी ट्रांसफॉर्मेशन, ਬਿਕੋਜ਼ ਆਪਣੇ ਕੋਲ ਇਹਨਾਂ ਦਾ ਰਿਲੇਸ਼ਨ ਪਤਾ ਲੱਗ ਚੁੱਕਾ ਹੈ। ਬਿਕੋਜ਼ ਆਪਾਂ ਇਸ ਤਰ੍ਹਾਂ ਇਸ ਫਾਰਮ ਦੇ ਵਿੱਚ ਇਹਨਾਂ ਨੂੰ ਲਿਖ ਸਕਦੇ ਹਾਂ, ਅਗਰ ਇਸ ਫਾਰਮ 'ਚ ਲਿਖ ਸਕਦੇ ਹਾਂ ਦੇ ਮਸਟ ਬੀ ਰਿਲੇਟਡ ਬਾय ਸਮ यूनिटी ट्रांसफॉर्मेशन। ਸੋ ट्रांसफॉर्मेशन ਕਿਸ ਤਰ੍ਹਾਂ ਦੀ ਹੋਏਗੀ, ਸੋ ਇੱਥੇ ਆਪਣਾ ਸੀਜੀ ਕੋਐਫੀਸ਼ੀਐਂਟ ਆਣੇ ਸ਼ੁਰੂ ਹੋ ਜਾਂਦੇ ਆ। ਸੋ जिस तरह ਆਪਾਂ ਆਪਣੇ ਕੋਲ ਇੰਡੀਪੈਂਡੈਂਟ ਸਿਸਟਮ ਹੈ, ਅਗਰ ਦੋਨਾਂ ਨੂੰ ਲੈ ਕੇ ਸਾਈਮਲਟੇਨੀਅਸਲੀ ਲੈ ਕੇ ਚੱਲੀਏ ਤਾਂ ਉਹਦੀ ਕੋਰਸਪੋਂਡਿੰਗ ਆਪਣੇ ਕੋਲ ਕੁਝ ਨਾ ਕੁਝ ਕਪਲਿੰਗ ਕਾਂਸਟੈਂਟ ਆਣਗੇ। ਉਹ ਕਪਲਿੰਗ ਕਾਂਸਟੈਂਟ ਨੂੰ ਆਪਾਂ ਸੀਜੀ ਕੋਐਫੀਸ਼ੀਐਂਟ ਦਾ ਨਾਮ ਦਿੱਤਾ ਜਾਏਗਾ। ਸੋ ਥੀਸ ਐਕਸਪੈਂਸ਼ਨ ਕੋਐਫੀਸ਼ੀਐਂਟਸ ਇਨ ਦੀ ਟ੍ਰਾਂਸਫਰ ਇਨ ਦਿਸ ਟ੍ਰਾਂਸਫॉर्मेशन ਆਰ ਕਾਲਡ ਵੈਕਟਰ ਕਪਲਿੰਗ ਔਰ ਕਲੈਪਸ-ਗॉर्डन ਕੋਐਫੀਸ਼ੀਐਂਟਸ, ਬਿਕੋਜ਼ ਜਿਹੜੇ ਐਂਗੂਲਰ ਮੋਮੈਂਟਮ ਹੈ ਇਹ ਵੈਕਟਰ ਹੁੰਦੇ ਹੈ। सो हर एक एंगुलर मोमेंटम, कोई ऑर्बिटल एंगुलर मोमेंटम हो गया चाहे स्पिन हो गया, इन्हां दी अपनी एक पर्टिकुलर डायरेक्शन होंदी है। इस करके आपां ए नहीं 2 + 2 4 नहीं कर सकते, तो इस करके आपां नूं इन्हां नूं वैक्टर एडिशन करनी पैंदी है। एंड वैक्टर एडिशन दे विच अपने कोल कुछ ना कुछ कोएफिशिएंट्स आंदे हैं जिन्हां नूं आपां क्लैप्स-गॉर्डन कोएफिशिएंट्स दा नाम दिंदे हैं। सो ये बेसिक बैकग्राउंड है क्लैप्स-गॉर्डन कोएफिशिएंट्स दी। सो इस करके अपने को इक्वेशन भी लिखी हुई है, psi j1 j2 ਨੂੰ ਕਪਲ ਕਰਕੇ j and m ਬਣਾਇਆ ਗਿਆ ਐਂਡ 1 and 2 ਅਗਰ ਲਿਖਿਆ ਜਾਵੇ ਤਾਂ ਇਹਦੀ ਕੋਰਸਪੋਂਡਿੰਗ ਕੀ ਹੈ, ਇੰਡੀਪੈਂਡੈਂਟ ਸਿਸਟਮ j1 and m1 ਹੈ ਐਂਡ j2 and m2 ਹੈ। ਇਹਨਾਂ ਨੂੰ ਜਦੋਂ ਕਪਲ ਕੀਤਾ ਜਾਏਗਾ j1 and m1 ਨੂੰ j2 and m2 ਨੂੰ ਕਪਲ ਕਰਕੇ ਫਾਈਨਲੀ ਕੀ ਬਣੇਗਾ ਬੇਟਾ j and m। ਸੋ ਇਹ ਵਾਲਾ ਜਿਹੜਾ ਪੋਰਸ਼ਨ ਹੈ, ਇਹ ਜਿਹੜਾ ਕੋਐਫੀਸ਼ੀਐਂਟ ਹੈ, ਇਟ ਇਜ਼ ਅ ਨੰਬਰ ਐਂਡ ਇਟ ਇਜ਼ ਕਾਲਡ क्लैप्स-गॉर्डन कोएफिशिएंट्स corresponding to coupling of two quantum numbers। ठीक है जी। सो ये चीज मैं ऑलरेडी एक्सप्लेन कर देती है बेटा। स्टैंडर्ड डेफिनेशन है, द एक्सपेंशन कोएफिशिएंट्स इन दिस ट्रांसफॉर्मेशन आर कॉल्ड वेक्टर कपलिंग और क्लैप्स-गॉर्डन कोएफिशिएंट्स। तो ਤੁਸੀਂ ਜਿਹੜੇ ਨੋਟਸ ਹੈ ਇਹਦੇ ਵਿੱਚੋਂ ਹੀ ਆਪਣੀ क्लैप्स-गॉर्डन कोएफिशिएंट्स ਦੀ ਡੈਫੀਨੇਸ਼ਨਸ ਕੱਢ ਸਕਦੇ ਹੋ। ਸੋ these coefficients vanish unless equations 12 and 13 are satisfied। ਸੋ ਇਕੁਏਸ਼ਨ ਜਿਹੜੀ ਹੈ ਕੋਐਫੀਸ਼ੀਐਂਟ ਤਾਂ ਹੀ ਵੈਲਿਡ ਹੋਣਗੇ ਇਹਨਾਂ ਦੇ ਉੱਪਰ, ਬਿਕੋਜ਼ ਇਹਨਾਂ ਦੇ ਉੱਪਰ ਬਾਉਂਡਰੀ ਕੰਡੀਸ਼ਨਸ ਜਾਂ ਇਹਨਾਂ ਦੇ ਉੱਤੇ ਰੈਸਟ੍ਰਿਕਸ਼ਨਸ ਹੋਣਗੀਆਂ। ਜਦ ਤੱਕ ਇਹ ਵਾਲੀਆਂ ਇਕੁਏਸ਼ਨਸ ਸੈਟੀਸਫਾਈ ਨਹੀਂ ਹੁੰਦੀਆਂ, 12 ਨੰਬਰ ਐਂਡ 13 ਨੰਬਰ ਮਾਰਕ ਕੀਤਾ ਹੋਇਆ ਬੇਟਾ, ਜਦ ਤੱਕ ਇਹ ਇਕੁਏਸ਼ਨਸ ਸੈਟੀਸਫਾਈ ਨਹੀਂ ਹੁੰਦੀਆਂ ਤਦ ਤੱਕ ਤੁਹਾਡਾ ਰਿਜ਼ਲਟ ਨਹੀਂ ਆਏਗਾ। ਮਤਲਬ ਕਿ ਜਿਹੜਾ ਕੋਐਫੀਸ਼ੀਐਂਟ ਹੈ ਉਹ 0 ਹੀ ਰਹੇਗਾ, ਤੁਹਾਡਾ ਨੰਬਰ ਨॉन जीरो नहीं होएगा अगर एक कंडीशन सैटिस्फाई नहीं होती है। एंड रिजल्टेंट की हो जाएगा बेटा m will be equal to m1 plus m2। so ये restrictions है on those क्लैप्स-गॉर्डन coefficients। so to define these coefficients unambiguously, the relative phase of eigen functions psi1 and psi2 and psi couple must be specified। so ਆਪਾਂ ਨੂੰ ਅਗਰ ਇਹਨਾਂ ਨੂੰ ਪ੍ਰੋਪਰਲੀ ਐਕਸਪਲੇਨ ਕਰਨਾ ਹੈ ਤਾਂ ਇਹਨਾਂ ਸਾਰਿਆਂ ਦਾ ਆਪਣੇ ਕੋਲ ਫੇਜ਼ ਦਾ ਫੈਕਟਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। So we adopt here the phase convention of Condon and Shortley, where ਆਪਣੇ ਕੋਲ ਕੀ ਹੈ, ਆਪਾਂ phase ਦਾ ਫੈਕਟਰ ਹੈ ਇਸ ਦਾ ਚੂਜ਼ ਕਰ ਲੈਣੇ ਜਿਹਦੇ ਵਿੱਚ ਆਪਣੇ ਕੋਲ ਯੂਨਿਟੀ ਆਂਦੀ ਹੈ। ਠੀਕ ਹੈ ਜੀ। ਸੋ ਆਪਣੇ ਕੋਲ ਕਪਲਿੰਗ ਫੈਕਟਰ ਦੇ ਵਿੱਚ ਆਪਣੇ ਕੋਲ ਯੂਨਿਟੀ ਆਣੀ ਚਾਹੀਦੀ। ਵਿਦ ਦਿਸ ਚੋਇਸ ਆਫ ਦੀ ਫੇਜ਼ ਆਫ क्लैप्स-गॉर्डन ਕੋਐਫੀਸ਼ੀਐਂਟਸ, ਮੈਂ ਜ਼ਿਆਦਾ ਬੇਟਾ ਡਿਟੇਲ ਦੇ ਵਿੱਚ ਨਹੀਂ ਜਾ ਰਿਹਾ, ਬਸ ਅਦਰਵਾਈਜ਼ ਕੀ ਹੋ ਜਾਏਗਾ, क्लैप्स-गॉर्डन ਕੋਐਫੀਸ਼ੀਐਂਟਸ ਐਕਸਪਲੇਨ ਕਰਨ ਦੇ ਚੱਕਰ 'ਚ ਮੇਰੇ 4 ਮਹੀਨੇ ਨਿਕਲ ਜਾਣਗੇ। ਇਸ ਕਰਕੇ ਮੈਂ ਜ਼ਿਆਦਾ ਡਿਟੇਲ ਵੀ ਨਹੀਂ ਦੇਣੀ ਐਂਡ ਰੈਲੇਵੈਂਟ ਮਟੀਰੀਅਲ ਵੀ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ठीक है जी। सो ਉਹਨਾਂ ਡਾਈਜੈਸਟ ਕਰਨਾ ਹੈ ਜਿੰਨਾ ਕੁ ਦੱਸਿਆ ਜਾਂਦਾ ਹੈ। ਜ਼ਿਆਦਾ ਡਿਟੇਲ 'ਚ ਜਾਓਗੇ ਬੇਟਾ ਪ੍ਰੋਬਲਮ ਆਏਗੀ। ਤੁਸੀਂ ਐਮਕੇ ਫਾਈਲ ਜਿਸ ਵੇਲੇ ਖੋਲ ਕੇ ਦੇਖੋਗੇ ਤੁਹਾਨੂੰ ਖੁਦ ਰਿਅਲਾਈਜ਼ ਹੋ ਜਾਏਗਾ ਕਿ ਇਹ ਕਿਸ ਲੈਵਲ ਦੀ ਚੀਜ਼ਾਂ ਹੈਗੀਆਂ ਜਾਂ ਕਿੰਨਾ ਟਿਪੀਕਲ ਹੋਏਗਾ ਇਹਨਾਂ ਨੂੰ ਹੈਂਡਲ ਕਰਨਾ, ਬਿਕੋਜ਼ ਤੁਸੀਂ ਖੁਦ ਰਿਮੈਂਬਰ ਰੱਖਣੇ ਹੈ, ਖੁਦ ਯਾਦ ਰੱਖਣੇ ਹੈ। ठीक है बेटा। तो उस तो बाद अपने को की है क्लैप्स-गॉर्डन कोएफिशिएंट है, ये आप ऑर्थोगोनैलिटी कंडीशन ਨੂੰ ਵੀ ਸੈਟੀਸਫਾਈ ਕਰਨਗੇ। ਸੋ J1 M1 J2 M2 ਨੂੰ ਜੇਕਰ J and M ਦੇ ਵਿੱਚ ਕਪਲ ਕਰੋਗੇ ਤੇ ਅਗਰ ਕੋਈ ਹੋਰ ਦੂਸਰਾ ਸਿਸਟਮ ਹੈ J ਪ੍ਰਾਈਮ and M ਪ੍ਰਾਈਮ, ਅਗਰ ਉਹ ऑर्थोगोनल हो गया मतलब कि x into xy x प्राइम y into y प्राइम, अगर अपने को एक फंक्शन आता है तो ਉਹਦੀ ਕੋਰਸਪੋਂਡਿੰਗ ऑर्थोगोनैलिटी की बनती है बेटा J into J प्राइम। अगर जब J and J प्राइम इक्वल होंगे ਤਾਂ ਇਹਦੀ ਵੈਲਿਊ 1 ਹੋਏਗੀ ਡੈਲਟਾ ਫੰਕਸ਼ਨ ਦੀ, ਅਗਰ ਇਕੁਅਲ ਨਹੀਂ ਹੋਣਗੇ ਤਾਂ ਇਹਦੀ ਵੈਲਿਊ 0 ਹੋਏਗੀ। तो m into m प्राइम ਦੇ ਬਰਾਬਰ ਹੋਏਗਾ। ठीक है जी। सो अगर कोई डाउट्स है ਤਾਂ ਬੇਟਾ ਤੁਸੀਂ ਮੈਨੂੰ ਰੋਕ ਕੇ ਪੁੱਛ ਸਕਦੇ ਹੋ, ਬਿਕੋਜ਼ ਇਹ ਥੋੜਾ ਜਿਹਾ ਮੈਂ ਸਲੋਲੀ ਚੱਲਾਂਗਾ, ਬਿਕੋਜ਼ ਐਟਲੀਸਟ ਤੁਹਾਨੂੰ ਪਤਾ ਲੱਗ ਜਾਵੇ। So which reduces to a single summation since equation 15 is satisfied। So इस अपने को equation 15 ਇੱਥੇ ਕਿਹੜੀ ਹੈ ਬੇਟਾ, equation 15 ਜਿਹੜੀ ਹੈ m is equal to m1 plus m2, because m1 and m2 ਆਪਾਂ ਨੂੰ ਕਪਲ ਕਰਕੇ ਦੇ ਰਹੇ ਹਾਂ, ਇਸ ਕਰਕੇ m2 ਜਾਂ m1 ਨੂੰ ਆਪਾਂ ਇੱਕ ਇਹਦੇ ਵਿੱਚ ਡਿਫਾਈਨਰ ਦੀ ਟਰਮ ਵਿੱਚ ਲਿਖ ਸਕਦੇ ਹਾਂ। ਸੋ ਆਪਾਂ ਸਾਰੀ ਦੀ ਸਾਰੀ ਇਕੁਏਸ਼ਨ ਸਿੰਗਲ ਵੇਰੀਏਬਲ ਦੇ ਵਿੱਚ ਡਿਫਾਈਨ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਾਂਗੇ, ਇਸ ਕਰਕੇ ਆਪਾਂ ਨੂੰ ਇਕੁਏਸ਼ਨ ਨੂੰ ਸਿੰਪਲੀਫਾਈ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਇਹ ਆਪਾਂ ਨੂੰ ਯੂਜ਼ ਕਰ ਸਕਦੇ, j and m ਦੇ ਕੋਰਸਪੋਂਡਿੰਗ ਇਹਨੂੰ ਲਿਖ ਸਕਦੇ।
So using this equation we can invert equation to yield. तो ਆਪਾਂ ਕੀ ਕਰ ਸਕਦੇ ਹਾਂ, ਇਸ ਵਾਲੀ equation ਨੂੰ ਇਨਵਰਟ ਵੀ ਕੀਤਾ ਜਾ ਸਕਦਾ ਜਿਹੜੀ ਆਪਾਂ ਪਹਿਲਾਂ ਲਿਖੀ ਸੀ, ਜਿਹਦੇ ਅਕੋਰਡਿੰਗ ਕੋਰਸਪੋਂਡਿੰਗ ਆਪਾਂ ਕਲੈਪਸ ਗਾਰਡਨ ਕੋਐਫੀਸ਼ੀਐਂਟ ਨੂੰ ਲਿਖਿਆ ਸੀ। ਸੋ ਆਪਾਂ ਟੋਟਲ ਵੇਵ ਫੰਕਸ਼ਨ ਜਿਹਦੇ ਵਿੱਚ ਕਪਲਿੰਗ ਹੈਗੀ ਹੈ ਐਂਡ ਇੰਡੀਪੈਂਡੈਂਟ ਸਿਸਟਮ ਜਿਹੜੇ 1 ਐਂਡ 2 ਹੈ ਉਹਨਾਂ ਨੂੰ ਇਨਵਰਟ ਵੀ ਕੀਤਾ ਜਾ ਸਕਦਾ ਕਲੈਪਸ ਗਾਰਡਨ ਕੋਐਫੀਸ਼ੀਐਂਟਸ ਇਨ ਟਰਮਸ ਆਫ ਦੀ ਕਪਲਡ ਸਿਸਟਮ ਵੀ ਆਪਾਂ ਲਿਖ ਸਕਦੇ ਹਾਂ। तो ज़्यादा जरूरी नहीं है लेकिन कितना कितने लिखा होना चाहिए। So Clebsch Gordon coefficient satisfy following symmetry relations। बेटा ये तुहानू याद रखने पैणगे सारे symmetry relations जिहड़े है बिकॉज तुसीं इन्हां नू याद रखना पएगा, ये ऑटोमैटिकली तुहानू ग्रैस्प करने पैणगे। सो जिहड़े symmetry relation है मैं ज़्यादा डिटेल दे विच नहीं जांदा, मैं तुहाडे लई लिख के दे रहा बेटा, इन्हां नू ग्रैस्प कर लिओ, ठीक है। तो सारे symmetry operation जिहड़े है ये तुसीं ग्रैस्प करने। तो काफी सारे सिमेट्री ऑपरेशंस हैं। सो ਹੁਣ अगर ਤੁਹਾਡੇ ਕੋਲ m1 ਐਂਡ m2 ਸਾਡੇ ਕੋਲ 0 ਹੋ ਜਾਂਦੇ ਆ ਤਾਂ ਫਾਈਨਲ ਕੀ ਹੋ ਗਿਆ ਬੇਟਾ, ਕੈਪੀਟਲ S m m1 m2 ਫਾਈਨਲ ਰਿਜ਼ਲਟ ਕਿੰਨਾ ਹੋ ਗਿਆ, m ਦਾ 0। ਤਾਂ ਕਲੈਪਸ ਗਾਰਡਨ ਕੋਐਫੀਸ਼ੀਐਂਟ ਕੀ ਹੋ ਗਿਆ ਬੇਟਾ 0 ਅਨਲੈਸ j1 j2 j is even। ਸੋ ਜਦ ਤੱਕ ਇਹ ਨਹੀਂ ਹੁੰਦਾ ਤਦ ਤੱਕ ਇਹਦਾ ਰਿਜ਼ਲਟ ਕੀ ਹੋ ਜਾਏਗਾ ਬੇਟਾ 0 ਹੋਏਗਾ। तो ये ਤੁਹਾਡੇ ਕੋਲ ਪ੍ਰੋਪਰਟੀਜ਼ ਇਹਦੀਆਂ ਜਿਹੜੀ ਕਲੈਪਸ ਗਾਰਡਨ ਕੋਐਫੀਸ਼ੀਐਂਟਸ ਹੈ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਉਸ ਤੋਂ ਬਾਅਦ j1 m1 ਐਂਡ j2 m2, ਜੇ ਅਗਰ j2 ਵੀ 0 ਹੋ ਗਿਆ m2 ਵੀ 0 ਹੋ ਗਿਆ ਐਂਡ ਉਹਦੇ ਕੋਰਸਪੋਂਡਿੰਗ ਡੈਲਟਾ j1 ਐਂਡ j ਐਂਡ m1 ਐਂਡ m ਦੇ ਕੋਰਸਪੋਂਡਿੰਗ ਤੁਹਾਡੇ ਕੋਲ ਰਿਜ਼ਲਟ ਆਏਗਾ। ਅਗਰ j1 j ਦੇ ਬਰਾਬਰ ਹੋ ਗਿਆ ਤਾਂ ਰਿਜ਼ਲਟ ਆਏਗਾ, ਤੇ ਅਦਰਵਾਈਜ਼ ਇਹ ਰਿਜ਼ਲਟ 0 ਹੋ ਜਾਏਗਾ। ਅਗਰ m1 ਵੀ ਤੁਹਾਡਾ m ਦੇ ਬਰਾਬਰ ਹੋ ਗਿਆ ਤਾਂ ਰਿਜ਼ਲਟ ਆਏਗਾ, ਅਦਰਵਾਈਜ਼ ਰਿਜ਼ਲਟ 0 ਹੋ ਜਾਏਗਾ। So equation give rise to parity selection rule in the applications। तो ਇਹਦੇ ਨਾਲ ਕੀ ਆਪਣੇ ਕੋਲ ਬੇਟਾ parity selection rule ਵੀ ਅਰਾਈਜ਼ ਹੁੰਦੇ ਆ। ਸੋ ਇਹਨਾਂ ਇਕੁਏਸ਼ਨ ਦੇ ਵਿੱਚ ਵੀ ਬਹੁਤ ਕੁਝ ਨਿਕਲਦਾ, ਲੇਕਿਨ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਨਹੀਂ ਕਰਾਂਗੇ। ਉਸ ਤੋਂ ਬਾਅਦ ਆਉਂਦਾ ਬੇਟਾ ਸਿਮੈਟਰੀ ਰਿਲੇਸ਼ਨਸ। तो सिमेट्री रिलेशन ਜਿਹੜੀ ਆਪਾਂ ਸਟੱਡੀ ਕੀਤੀ ਹੈ, satisfied by Clebsch Gordon coefficients can be simplified by introducing the 3J symbols। तो ਤੁਸੀਂ ਦੇਖਿਆ ਬੇਟਾ ਇਹ ਜਿਹੜੇ ਸਾਰੇ ਆਪਣਾ ਮੈਥਮੈਟੀਕਲ ਐਕਸਪ੍ਰੈਸ਼ਨ ਲਿਖੇ ਹੋਏ ਜਾਂ ਜਿਹੜੇ ਕਲੈਪਸ ਗਾਰਡਨ ਕੋਐਫੀਸ਼ੀਐਂਟ ਲਿਖੇ ਹੈ, ਇਹਨਾਂ ਨੂੰ ਤੁਸੀਂ ਐਜ਼ ਸੱਚ ਸਿੰਪਲੀਫਾਈ ਨਹੀਂ ਕਰ ਸਕਦੇ, ਐਜ਼ ਸੱਚ ਇਹਨਾਂ ਦਾ ਸਿਗਨੀਫੀਕੈਂਸ ਤੁਸੀਂ ਨਹੀਂ ਦੇਖ ਸਕਦੇ, ਜਾਂ ਫਿਰ ਇਹਨਾਂ ਨੂੰ ਮੈਮੋਰਾਈਜ਼ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸੋ ਇਹਨਾਂ ਦੀ ਜਿਹੜੀ ਸਿਮੈਟਰੀ ਹੈ ਉਹਨੂੰ ਐਕਸਪਲੇਨ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਆਪਾਂ 3J ਸਿੰਬਲ ਨੂੰ ਯੂਜ਼ ਕੀਤਾ ਜਾਂਦਾ ਹੈ। ਸੋ 3J ਸਿੰਬਲ ਕੀ ਹੋ ਗਿਆ ਬੇਟਾ, by introducing the 3J symbols defined by beginner। so ਇਹ ਸਭ ਜਿਹੜੇ 3J ਸਿੰਬਲ ਸੀ ਇਹਨਾਂ ਨੂੰ ਬਿਗਨਰ ਨੇ ਡਿਫਾਈਨ ਕੀਤਾ ਸੀ। ਸੋ J1 J2 ਅਗਰ ਆਪਾਂ ਕਪਲ ਕਰਾਂਗੇ ਤਾਂ ਫਾਈਨਲ ਬਣੇਗਾ J3, M1 M2 ਆਪਾਂ ਕਪਲ ਕਰਾਂਗੇ ਤਾਂ M3 ਬਣ ਜਾਏਗਾ, ਠੀਕ ਹੈ ਜੀ। ਸੋ ਆਪਾਂ ਅਗਰ ਇਹਨਾਂ ਨੂੰ ਨੋਟ ਕਰੀਏ 3J symbols, so these are defined by this equation। so these 3J symbols are invariant under an even permutation of columns while an odd permutation is equivalent to multiplication by this value। so ਜਿਹੜੇ 3J symbol ਹੈ, 3J ਸਿੰਬਲ ਨੂੰ ਅਗਰ ਤੁਸੀਂ ਇਸ ਫਾਰਮ ਦੇ, ਇਹ ਕੋਈ ਬੇਟਾ ਮੈਟ੍ਰਿਸਿਸ ਨਹੀਂ ਹੈ, ਇਹ ਸਿਰਫ ਤੇ ਸਿਰਫ ਇੱਕ ਸਿੰਬਲ ਹੈ ਬੇਟਾ, ਨੰਬਰਿੰਗ ਫਾਰਮ ਹੈ, ਨੰਬਰ ਲਿਖਿਆ ਹੋਇਆ, ਇੱਕ ਨੰਬਰ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਇਸ ਫਾਰਮ ਦੇ। ਸੋ ਥੀਸ ਆਰ ਕਾਲਡ ਸਿੰਬਲਸ ਨਾਟ ਮੈਟ੍ਰਿਸਿਸ, ਯਾਦ ਰੱਖਿਓ ਮੈਟ੍ਰਿਸਿਸ ਨਹੀਂ ਹੈ, ठीक है जी। तो अगर ਤੁਸੀਂ ਇਹਨਾਂ ਜਿਹੜੇ ਕਾਲਮਸ ਹੈ ਇਹਨਾਂ ਦੀ ਈਵਨ ਪਰਮਿਊਟੇਸ਼ਨ ਕਰੋਗੇ, ਮਤਲਬ ਦੋ ਕਾਲਮ ਆਪਸ ਦੇ ਵਿੱਚ ਐਕਸਚੇਂਜ ਕਰੋਗੇ, ਦੋ ਕਾਲਮ ਇੱਧਰ ਉੱਧਰ ਕਰੋਗੇ, ਸ਼ਿਫਟ ਕਰੋਗੇ, ਤਾਂ ਤੁਹਾਡੇ ਕੋਲ ਪੋਜ਼ਿਟਿਵ ਸਾਈਨ ਆਏਗਾ। ਅਗਰ ਆਡ ਪਰਮਿਊਟੇਸ਼ਨ ਕਰੋਗੇ, ਮਤਲਬ ਇੱਕ ਅੱਧਾ ਕਾਲਮ ਮੂਵ ਕਰੋਗੇ, ਤਾਂ ਇਹ ਵਾਲਾ ਫੈਕਟਰ ਸਾਰਿਆਂ ਦੇ ਨਾਲ ਹੀ ਮਲਟੀਪਲਾਈ ਹੋਏਗਾ, ਇਹਦੇ ਨਾਲ ਵੀ, ਨੀਚੇ ਵਾਲੇ ਨਾਲ ਵੀ ਐਂਡ ਉਸ ਤੋਂ ਨੀਚੇ ਵਾਲੇ ਨਾਲ, ਨੀਚੇ ਵਾਲੇ ਨਾਲ ਵੀ, ਸਾਰੇ ਨਾਲ ਇਹ ਫੈਕਟਰ ਮਲਟੀਪਲਾਈ ਹੋਏਗਾ ਅਗਰ ਤੁਸੀਂ ਆਡ ਪਰਮਿਊਟੇਸ਼ਨ ਕਰਦੇ ਹੋ। ਜਿਸ ਤਰ੍ਹਾਂ ਇੱਥੇ ਕੀਤਾ ਹੋਇਆ, ਆਪਣਾ ਥਰਡ ਕਾਲਮ ਸੇਮ ਰੱਖਿਆ, ਫਸਟ ਐਂਡ ਸੈਕੰਡ ਨੂੰ ਇੰਟਰਚੇਂਜ ਕੀਤਾ ਹੈ, ਤਾਂ ਇਹ ਵਾਲਾ ਫੈਕਟਰ ਆਪਣੇ ਕੋਲ ਆਏਗਾ ਹੀ ਆਏਗਾ, ਠੀਕ। ਸੋ ਇਹ ਸਾਰੇ ਦੇ ਸਾਰੇ ਫੈਕਟਰ ਆਪਾਂ ਦੇਖ ਸਕਦੇ ਹਾਂ। ਸੋ ਇਸ ਐਨਾਲੋਗਸ ਕੀ ਹੋ ਗਿਆ ਬੇਟਾ, AC ਨੂੰ ਐਨਾਲੋਗਸ ਕਿਸ ਤਰ੍ਹਾਂ ਲਿਖ ਸਕਦੇ ਹੋ, J1 J2 J3 M1 M2 M3 ਐਂਡ ਅਗਰ ਇਹਨੂੰ ਆਪਾਂ ਅਗਰ ਇਹਦੇ ਉੱਪਰ ਨੈਗੇਟਿਵ ਸਾਈਨ ਆ ਗਿਆ ਤਾਂ -3 to power J1 J2 ਐਂਡ J3 ਇਹਦੀ ਸਿਮੈਟਰੀ ਪ੍ਰੋਪਰਟੀਜ਼ ਹੈਗੀਆਂ, ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੋਏਗਾ। ਉਸ ਤੋਂ ਬਾਅਦ ਬੇਟਾ ਆ ਜਾਂਦਾ ਹੈ orthogonality relations satisfied by 3J symbols। तो orthogonality भी होएगी बेटा, J1 J2 ਤੇ ਆਏਗਾ ਹੀ ਆਏਗਾ, M1 M2 ਵੀ ਆਏਗਾ, ਇੱਥੇ J3 M3 ਆ ਗਿਆ, ਇੱਥੇ J3 prime and M3 prime ਆ ਗਿਆ। so the corresponding delta function and 2J3 plus 1 raised to power -1 ਦੇ corresponding ਇੱਕ ਫੈਕਟਰ ਤੁਹਾਡੇ ਕੋਲ ਇਹਦੇ ਵਿੱਚ ਆਏਗਾ। ਸੋ ਇਹਦੇ ਵਿੱਚ ਸਾਰੇ ਦੇ ਸਾਰੀਆਂ ਇਦਾਂ ਦੇ ਨੰਬਰ ਸੀ ਤੁਹਾਨੂੰ ਦੇਖਣ ਨੂੰ ਮਿਲਣਗੇ ਐਂਡ ਇਹਦੇ ਵਿੱਚ ਜਿਹੜਾ ਫਿਜ਼ੀਕਲ ਸਿਗਨੀਫੀਕੈਂਸ ਹੈ ਉਹ ਕਿਤੇ ਨਾ ਕਿਤੇ ਮੈਂ ਤੁਹਾਨੂੰ ਡਿਪਿਕਟ ਕਰਦਾ ਰਹਾਂਗਾ, ਕਿਤੇ ਨਾ ਕਿਤੇ ਮੈਂ ਫਿਗਰ ਬਣਾ ਕੇ ਜ਼ਰੂਰ ਦੱਸਾਂਗਾ। ਐਂਡ ਉਸ ਤੋਂ ਬਾਅਦ ਕੀ ਆਰਥੋਗੋਨੈਲਿਟੀ ਇਸ ਤਰ੍ਹਾਂ ਦੀ ਵੀ ਆਉਂਦੀ ਹੈ ਬੇਟਾ, ਬਿਕੋਜ਼ ਦੇਖੋ ਹੁਣ ਇਹਦੇ ਵਿੱਚ ਕੀ ਸੀਗਾ, ਇਹ ਰਾਈਟ ਹੈਂਡ ਸਾਈਡ ਸੀਗਾ, ਇਹ ਲੈਫਟ ਹੈਂਡ ਸਾਈਡ ਲੈ ਕੇ ਆ ਗਏ। ਸੋ ਇਹਦੇ ਵਿੱਚ ਕੀ ਸੀਗਾ ਬੇਟਾ, M1 M2 ਦੇ ਉੱਪਰ ਕਪਲਿੰਗ ਕੀਤੀ, ਸਮੇਸ਼ਨ ਲਗਾਈ ਹੋਈ ਸੀ, ਇੱਥੇ J3 ਐਂਡ M3 ਦੇ ਉੱਪਰ ਸਮੇਸ਼ਨ ਲਗਾਈ ਹੋਈ ਹੈ, ਰਾਈਟ ਹੈਂਡ ਸਾਈਡ ਤੇ ਕੁਝ ਨਹੀਂ ਆਏਗਾ। तो डिपेंडिंग बाकी है कुछ नहीं बेटा, सिंपल सी है।
सो कंक्लूड करना है तो अपने को अगर आप प्रॉपरली सारा कुछ फैक्टराइज करके ਜਿਹੜੇ ਆਪਾਂ ਸਿੰਬਲ ਲਿਖੇ ਹੋਏ ਹੈ तो J1 ਐਂਡ M1 ਐਂਡ J2 अगर M2 ਨੂੰ अगर ਆਪਾਂ फाइनली कपल करके J1 एंड J2 ਨੂੰ फाइनली कपल करके अगर J लिखिए M1 एंड M2 ਨੂੰ कपल करके अगर M लिखिए तो अपने को अगर ਇਹਦਾ नंबर जिस बनाना है कि फाइनली ये कितना नंबर देगा तो अल्टीमेटली अपने को इतना लंबा चौड़ा फैक्टर आएगा। तो ਤੁਹਾਨੂੰ ਇਸ फैक्टर ਨੂੰ सॉल्व करना पड़ेगा if you want to find out what is the coupling coefficient or CG coefficient or a vector addition of two angular momenta। सो ਇਹਨੂੰ ਆਪਾਂ CG coefficient ਕਹਿੰਦੇ ਬੇਟਾ। ਸੋ ਜਿਹੜੇ ਤੁਸੀਂ ਮੈਥਮੈਟਿਕਸ ਦੇ ਵਿੱਚ ਦਿੱਤੇ ਹੋਏ ਆ ਸੌਰੀ ਮੈਂ ਭੁੱਲ ਗਿਆ ਜਿਹੜੇ ਤੁਸੀਂ ਕੁਆਂਟਮ ਮਕੈਨਿਕਸ ਸੋਲਵ ਕੀਤੇ ਹੋਏ ਉਹ ਇਹੀ ਫਾਰਮ ਹੈ ਬੇਟਾ ਲੇਕਿਨ ਇਹ ਐਗਜ਼ੈਕਟ ਫਾਰਮ ਹੈ ਜਿਹੜੇ ਤੁਸੀਂ 1 ਐਂਡ 0 ਐਂਡ -1 J1 = 1/2 ਐਂਡ J2 = 1/2 ਦੇ ਕੋਰਸਪੋਂਡਿੰਗ ਸੋਲਵ ਕੀਤੇ ਹੋਏ ਤਾਂ ਉਹ ਐਗਜ਼ੈਕਟ ਫਾਰਮ ਇੱਥੇ ਆਉਂਦੀ ਹੈ ਉਹਦੇ ਤੁਸੀਂ ਨਿਊਮੈਰੀਕਲੀ ਸੋਲਵ ਕਰਦੇ ਹੋ ਲੇਕਿਨ ਇੱਥੇ ਇਹ ਥਿਓਰੈਟੀਕਲ ਫਾਰਮ ਹੈ ਜਿਹਦੇ ਨਾਲ ਤੁਸੀਂ ਉਹਦੇ ਵਿੱਚ ਵੈਲਿਊਜ਼ ਵਗੈਰਾ ਫਿਲ ਕਰਕੇ ਰਿਜ਼ਲਟ ਬਣਾ ਸਕਦੇ ਹੋ। ਇਹ ਐਗਜ਼ੈਕਟ ਫਾਰਮੂਲੇਸ਼ਨ ਹੈ ਬੇਟਾ एंड एग्जैक्ट फॉर्मूलेशन ਤੁਹਾਨੂੰ MK पॉल वगैरह ਦੀ ਬੁੱਕ ਦੇ ਵਿੱਚ ਮਿਲ ਜਾਂਦੀ ਹੈ। ठीक है जी। तो J = 1/2 एंड J2 = 1 ਦੇ ਕੋਰਸਪੋਂਡਿੰਗ ਬਹੁਤ ਸਾਰੇ ਲੰਬੇ ਚੌੜੇ ਟੇਬਲ ਹੈ ਅਗਰ ਜਿੱਦਾਂ J1 ਹੈ J2 ਦੀ ਵੈਲਿਊ ਚੇਂਜ ਕਰਨੀ ਹੈ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਟੇਬਲਸ ਵੀ ਆਣਗੇ। ठीक है। सो ਉਸ ਤੋਂ ਬਾਅਦ ਆਂਦੀ ਹੈ ਬੇਟਾ ਰਾਕਾ ਕੋਐਫੀਸ਼ੀਐਂਟ ਦੀ ਗੱਲ। ਹਾਂਜੀ ਬੇਟਾ ਹੈ ਹੀ ਨਹੀਂ ਆ ਵਾਲੇ ਰਹਿ ਫਿਰ ਬਾਕੀ ਕਰਾਂਗੇ। ਕੀ ਹੋਇਆ ਬੇਟਾ ਡਾਊਟਸ ਕੋਈ ਆ ਵਾਲੇ ਫਿਰ ਦੇਖ ਲੂੰਗੀ ਫਿਰ ਉਹ ਕਰ ਲੂ ਬਾਕੀ ਦੇ ਅੱਲਾ ਆਕੇ ਜਾਓ बेटा मैंने आवाज मैंने आवाज क्लियर नहीं आ रही बेटा दोबारा बोलो बेटा की गल है कोई गल है कि बेटा दसो जल्दी करो फिर मैं स्टार्ट करूं पहला आता कर आता मैं के पहला सो राका कोएफिशिएंट्स ਆਪਾਂ ਸਟਾਰਟ ਕਰਾਂਗੇ। So Raka coefficients ਕੀ ਹੈ ਬੇਟਾ we now consider three independent angular momenta। suppose करो अपने को पहला ਤਾਂ ਦੋ angular momenta ਦਿੱਤੇ ਹੋਏ ਸੀਗੇ लेकिन ਹੁਣ अगर ਆਪਾਂ suppose करो three angular momenta ਨੂੰ ਕਪਲ ਕਰਨਾ ਹੈ ਇਸ ਤੋਂ ਬਾਅਦ ਆਪਣੇ को four angular momenta ਦਾ ਕੇਸ ਵੀ ਆਏਗਾ ਜਿਸ ਵਿੱਚ ਆਪਾਂ ਸਟੱਡੀ ਕਰਾਂਗੇ 3 6 ਜੇ ਸਿੰਬਲ and 9 ਜੇ ਸਿੰਬਲ। so Raka coefficient ਕੀ ਹੈ ਅਗਰ ਤੇ three angular momenta that is J1 and J2। so ਫਿਲਹਾਲ ਦੀ ਘੜੀ ਤੁਸੀਂ ਕੁਆਂਟਮ ਮਕੈਨਿਕਸ ਹੋ ਸਕਦਾ ਹੈ ਕਿ ਦੋ angular momenta ਨੂੰ ਕਪਲ ਕੀਤਾ ਹੋਵੇ just like LS coupling ਹੋ ਗਿਆ JJ coupling हो गया लेकिन इतने अगर आप थ्री एंगुलर मोमेंटम को कपल करिए ਜਿਹੜੀ ਕਿ ਰਿਕੁਆਇਰਮੈਂਟ ਹੁੰਦੀ ਹੈ if you are going to study many body problems you will have to tackle multiple interactions or multiple coupling of the system just like J1 and J2 and J3। अगर ਤੁਹਾਡੇ ਕੋਲ ਤਿੰਨ ਇੰਡੀਪੈਂਡੈਂਟ ਸਿਸਟਮ ਦਿੱਤੇ ਹੋਏ ਹੈ ਜਿਨ੍ਹਾਂ ਦਾ ਐਂਗੂਲਰ ਮੋਮੈਂਟਮ J1 ਹੈ J2 and J3 ਹੈ ਅਗਰ ਦੋ ਤੁਹਾਡੇ ਸੇਮ ਨਿਊਕਲੀਅਸ ਦੇ ਵਿੱਚ ਬੈਠੇ ਹੋਏ ਹੈ ਜਿਸ ਤਰ੍ਹਾਂ ਤਿੰਨ ਡਿਫਰੈਂਟ ਆਰਬਿਟਲ ਤੇ ਐਂਗੂਲਰ ਮੋਮੈਂਟ ਆ ਗਿਆ ਉਹ ਕਪਲ ਕਰਕੇ ਕੀ ਰਿਜ਼ਲਟ ਬਣਾਏਗਾ ਅਗਰ ਉਹਨੂੰ ਸਟੱਡੀ ਕਰਨਾ ਹੈ ਤਾਂ ਰਾਕਾ ਕੋਐਫੀਸ਼ੀਐਂਟ ਦੇ ਥਰੂ ਸਟੱਡੀ ਕੀਤਾ ਜਾਂਦਾ ਹੈ। ठीक so we can write the total angular momentum operators J as equal to J1 plus J2 plus J3। फिलहाल दी घड़ी पहला ਤੁਸੀਂ ਕੀ ਲਿਖਦੇ ਸੀ ਬੇਟਾ J1 and J2 ਲਿਖਿਆ ਜਾਂਦਾ ਸੀ। so however there is no unique way of carrying out this addition। so ਇਸ ਐਡੀਸ਼ਨ ਨੂੰ ਕੈਰੀ ਆਊਟ ਕਰਨ ਦਾ ਕੋਈ ਯੂਨੀਕ ਵੇ ਨਹੀਂ ਹੈ ਇਸ ਕਰਕੇ ਇਹਨਾਂ ਨੂੰ ਆਪਾਂ ਨੂੰ ਐਮਪੀਰੀਕਲੀ ਕਰਦੇ ਹਾਂ ਜੇ ਐਮਪੀਰੀਕਲੀ ਨਹੀਂ ਕਿਹਾ ਸਕਦੇ ਇਹਨੂੰ ਆਪਾਂ ਤਰੀਕਾ ਫਾਈਂਡ ਆਊਟ ਕਰਦੇ ਹਾਂ there are multiple ways ਹੋ ਸਕਦਾ ਹੈ ਆਪਾਂ ਫਸਟ ਐਂਡ ਸੈਕੰਡ ਨੂੰ ਪਹਿਲਾਂ ਐਡ ਕਰ ਲਈਏ ਹੋ ਸਕਦਾ ਹੈ ਆਪਾਂ ਫਸਟ ਐਂਡ ਸੈਕੰਡ ਨੂੰ ਐਡ ਕਰਨ ਤੋਂ ਬਾਅਦ ਉਹਦੇ ਵਿੱਚ J3 ਕਪਲ ਕਰ ਦਈਏ ਨੈਕਸਟ ਟਾਈਮ ਹੋ ਸਕਦਾ ਹੈ ਆਪਾਂ ਸੈਕੰਡ ਐਂਡ ਥਰਡ ਨੂੰ ਪਹਿਲਾਂ ਕਪਲ ਕਰਕੇ ਉਸ ਦੇ ਵਿੱਚ J1 ਐਡ ਕਰ ਦੋ। तो ਇਹ ਤੁਹਾਡੀ ਵੈਕਟਰ ਕਪਲਿੰਗ ਜਿਹੜੀ ਹੈ ਇਹ ਤੁਹਾਡੇ ਡਿਸੀਜਨ ਦੇ ਉੱਪਰ ਹੈ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਚਾਹੁੰਦੇ ਹੋ। ਸੋ देयर आर two ways in which you can couple three angular momenta whether it is where you are coupling first J1 and J2 and their coupled system is again coupled with J3। ठीक है और you can couple J2 and with J3 and then the result is coupled with J1। okay so however there is a no unique way of carrying out this addition। so इतना कोई unique way नहीं है there is no other unique way you can choose either J1 to first or J2 3 first। so there are two types of combinations one is called 1-2 and second is called 2-3 combination। so for example we can first couple the angular momentum eigenfunctions psi J1 M1 and psi J2 M2। so we can either couple J1 and J2 first and then couple this system with J3
belonging to J1 and J2 and to form eigen functions of J12. So अगर अपने को psi1 दिता हुआ है psi2 दिता हुआ है, we can form eigen functions of J1 and 2 which is equal to J1 and J2. So अगर आप 1 and 2 ਨੂੰ ਕਪਲ ਕਰਾਂਗੇ ਤਾਂ ਕੀ ਹੋ ਜਾਏਗਾ, ਜਿਹੜਾ ਕਿ ਆਪਾਂ ਪਹਿਲਾਂ ਹੀ ਪੜ ਚੁੱਕੇ ਹਾਂ CG ਕੋਐਫੀਸ਼ੀਐਂਟਸ ਦੇ ਕੇਸਿਸ। तो CG कोएफिशिएंट क्या आएगा, J1 and J2 is coupled to J12 and M of 1 2 and independent system की है बेटा J1 M1 of 1 and J2 M2 of 2 ਦੇ ਬਰਾਬਰ ਆ ਜਾਏਗਾ। and ਉਹਦੇ corresponding ਆਪਣੇ को ਕੀ ਆਏਗਾ बेटा, there will be a Clebsch-Gordon coefficients or something like that। तो ਉਹਦੀ J1 हो गया बेटा M1, J2 M2 कपल होके की बनाएगा बेटा J12 and M12। So these eigen functions can then be coupled with angular momentum eigen function psi J3 and M3 belonging to J3 to form eigen function of J। मतलब ਕੀ ਹੈ, ਆਪਣਾ ਅਗਰ ਫਸਟ ਐਂਡ ਸੈਕੰਡ ਨੂੰ ਪਹਿਲਾਂ ਕਪਲ ਕਰ ਲਿਆ, ਉਹਨੂੰ ਆਪਾਂ ਥਰਡ ਦੇ ਨਾਲ ਕਪਲ ਕਰਕੇ ਫਾਈਨਲ ਰਿਜ਼ਲਟ ਕੈਪੀਟਲ J ਬਣਾਉਣਾ ਹੈ, ਤਾਂ ਉਸ ਚੀਜ਼ ਨੂੰ ਇਸ ਤਰ੍ਹਾਂ ਲਿਖਿਆ ਜਾਏਗਾ। So it can be rewritten in the form psi Jm of corresponding to a coupling of 1 and 2 fast। So total angular momentum total wave function होएगा for the whole system after the coupling of 3 angular momenta। लेकिन यदि J12 इस करके लिखा है बेटा, J12 इस करके लिखा हुआ है because ਆਪਾਂ ਜਿਹੜੇ फर्स्ट एंड सेकंड ਨੂੰ ਪਹਿਲਾਂ ਕਪਲ ਕੀਤਾ है, ठीक है। तो समेशन ओवर M12 एंड M3, तो सब 12 पहला कपल कीता है, ਉਹਦੇ ਵਿੱਚ M3 ਵੀ ਕਪਲ ਕਰ ਦਿੱਤਾ, ਫਾਈਨਲੀ ਆਪਣੇ ਕੋਲ J ਦੀ ਟਰਮ ਦੇ ਵਿੱਚ ਰਿਜ਼ਲਟ ਆਏਗਾ। ਸੋ J12 ਪਹਿਲਾਂ ਕਪਲ ਕੀਤਾ ਸੀ ਬੇਟਾ ਐਂਡ M12 ਰਿਜ਼ਲਟ ਆਇਆ ਸੀ, ਉਹਦੇ ਵਿੱਚ J3 ਐਂਡ M3 ਕਪਲ ਕਰਾਂਗੇ ਐਂਡ ਅਲਟੀਮੇਟਲੀ J ਐਂਡ M ਆਪਣੇ ਕੋਲ finally result बन के आएगा and this will be the coefficient that will be our number, desired number। ठीक है जी। तो साई की है J1 J2 J1 M12, तो J1 J2 ਨੂੰ J12 ਬਣਾਤਾ ਐਂਡ ਉਹਦੇ ਕੋਰਸਪੋਂਡਿੰਗ M12 ਆ ਗਿਆ। ਸੋ ਦਿਸ ਇਜ਼ 12 ਐਂਡ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਕੀ ਆ ਗਿਆ ਬੇਟਾ ਸਾਈ J3 M3 ਐਂਡ 3। ਸੋ ਥੀਸ ਆਰ ਟੂ ਇੰਡੀਪੈਂਡੈਂਟ ਸਿਸਟਮਸ, 1 2 ਕਪਲ ਹੋ ਗਏ ਐਂਡ J3 ਕਪਲ J3 ਨੂੰ ਨਾਲ ਕਪਲ ਕਰਨਾ ਹੈ, ਇਸ ਕਰਕੇ 3 ਇੰਡੀਪੈਂਡੈਂਟ ਰਹੇਗਾ ਫਿਲਹਾਲ ਦੀ ਘੜੀ। ਐਟ ਲੈਫਟ ਹੈਂਡ ਸਾਈਡ ਦੇ ਉੱਪਰ ਇੱਕ ਕਪਲ ਸਿਸਟਮ ਹੋਏਗਾ ਐਂਡ ਆਪਣੇ ਕੋਲ ਜਿਹੜਾ ਕੋਐਫੀਸ਼ੀਐਂਟ ਆਏਗਾ ਇਸ ਦੇ ਬਰਾਬਰ ਹੀ ਆਏਗਾ। ਔਰ ਵੀ ਕੈਨ ਕਪਲ J2 and 3 first to form eigen functions of J2 3। so ਆਪਾਂ 2 and 3 ਨੂੰ ਵੀ ਕਪਲ ਕਰ ਸਕਦੇ ਹਾਂ, ਉਸ ਦੇ ਵਿੱਚ ਵੀ ਲਿਖਿਆ ਜਾ ਸਕਦਾ ਹੈ just like 2 and 3 ਨੂੰ ਕਪਲ ਕਰਕੇ J2 3 and M2 3 ਲਿਖਿਆ, ਇੱਥੇ 2 and 3 ਨੂੰ ਕਪਲ ਕੀਤਾ ਹੋਇਆ ਬੇਟਾ ਐਂਡ ਉਸ ਤੋਂ ਬਾਅਦ we can couple this system with J1। ਠੀਕ ਹੈ ਜੀ। ਇਹਦੇ ਵਿੱਚ J1 ਨੂੰ 2 3 ਨਾਲ ਕਪਲ ਕਰੋਗੇ ਤਾਂ ਲੇਕਿਨ ਕਪਲਿੰਗ ਸਕੀਮ ਕਿਹੜੀ ਬਣੇਗੀ ਬੇਟਾ 2 and 3 ਵਾਲੀ ਬਣੇਗੀ। ਸੋ J1 M1 coupled with J23 and M23 फाइनल रिजल्ट अपने को J and M के बराबर आएगा एंड ए वाला कोएफिशिएंट आप फाइंड आउट करेंगे। तो दिस इज 2-3 कपलिंग स्कीम। ठीक है बेटा। so these representation of eigen functions of J are related by unitary transformation। लेकिन आप कोई भी स्कीम यूज करिए whether it is J12 और it is J23, ਇਹਨਾਂ ਦੋਨਾਂ ਨੂੰ ਹੀ यूज करके आप फाइनल रिजल्ट ਜਿਹੜਾ ਬਣਾ ਰਹੇ हैं it should be the identical, ਇਸ ਕਰਕੇ they should be related by a unitary transformation। ਇਸ ਕਰਕੇ ਆਪਾਂ ਨੂੰ ਕੀ ਲਿਖਾਂਗੇ psi of J1 with in terms of J12 and psi of Jm in terms of J23, they will be related by unitary transformation which is equal to summation J23 because 23 ਇਸ ਸਾਈਡ ਤੇ ਹੈ and J23 and J12 ਦੇ ਉੱਪਰ ਜਿਹੜਾ ਆਪਾਂ summation ਪਾਇਆ ਹੋਇਆ ਹੈ r ਜਿਹੜਾ ਫੰਕਸ਼ਨ ਹੈ ਇਹਨੂੰ ਆਪਾਂ ਰਾਕਾ ਕੋਐਫੀਸ਼ੀਐਂਟ ਦਾ ਨਾਮ ਦੇਵਾਂਗੇ। so the relation between two types of coupling schemes used to couple 3 different angular momenta, it is called Raka coefficient। so ਇਹਨੂੰ ਆਪਾਂ ਰਾਕਾ ਕੋਐਫੀਸ਼ੀਐਂਟ ਦਾ ਨਾਮ ਦਿੰਦੇ ਜਿਹੜੀ ਯੂਨਿਟਰੀ ਮੈਟ੍ਰਿਕਸ ਆਉਂਦੀ ਹੈ ਯੂਨਿਟਰੀ ਟ੍ਰਾਂਸਫਾਰਮੇਸ਼ਨ ਫੈਕਟਰ ਆਉਂਦਾ। so Raka coefficients are then defined by the equation। so Raka coefficient ਦਾ ਜਿਹੜਾ ਫੈਕਟਰ ਲਿਖਿਆ ਹੋਇਆ ਹੈ ਇਹਦੀ ਜਿਹੜੀ ਨਿਊਮੈਰੀਕਲ ਵੈਲਿਊ ਹੈ ਇਹਦੇ ਬਰਾਬਰ ਹੋਏਗੀ 2 into J23 plus half J2 J12 plus 1 raised to power half। ठीक है जी। into W J1 J2 J ਨੂੰ ਕਪਲ ਕੀਤਾ and 3 and J12 and J23। so ਇਹ ਤੁਹਾਡੇ ਕੋਲ W ਫੈਕਟਰ ਆ ਗਿਆ। so we can derive a relation between Raka coefficient and the Clebsch-Gordon coefficients by expressing in terms J12 and J23 in terms of J1 J3 J2 and J3। ठीक है जी। तो ਇਸ ਕਰਕੇ ਆਪਾਂ ਇਹਨਾਂ ਨੂੰ ਹੋਰ ਤਰੀਕੇ ਨਾਲ ਵੀ ਲਿਖ ਸਕਦੇ ਹਾਂ। ਸੋ ਇਹਨਾਂ ਨੂੰ ਲਿਖਣ ਦੇ ਤਰੀਕੇ ਬਹੁਤ ਹੈ ਬੇਟਾ। ਸੋ W ਜਿਹੜਾ ਫੈਕਟਰ ਹੈ ਉਹਨੂੰ ਤੁਸੀਂ ਲਿਖ ਸਕਦੇ ਹੋ ਰਾਕਾ ਕੋਐਫੀਸ਼ੀਐਂਟਸ ਨੂੰ। ਸੋ ਰਾਕਾ ਕੋਐਫੀਸ਼ੀਐਂਟ ਜਿਹੜੇ ਹੈ ਉਹਨਾਂ ਨੂੰ ਕਿਸ ਤਰ੍ਹਾਂ ਲਿਖੋਗੇ J1 ਬਣ ਗਿਆ ਪਹਿਲਾਂ J2 ਐਂਡ J3 ਨੂੰ ਕਪਲ ਕੀਤਾ that will be J23। ਉਸ ਤੋਂ ਬਾਅਦ J1 ਨੂੰ ਕਪਲ ਕਰਕੇ क्या J कैपिटल J बन गया और you can
J12 ਨੂੰ ਕਪਲ ਕਰਕੇ J12 ਬਣ ਗਿਆ, ਉਸ ਤੋਂ ਬਾਅਦ 3 ਨੇ ਕਪਲ ਕਰਕੇ J ਬਣ ਗਿਆ, divided by 2J12 plus 1 2J23 plus 1। ਫਿਰ ਉਹਨੂੰ ਲਿਖਣ ਦਾ ਤਰੀਕਾ ਬੇਟਾ, so we can derive a relation between Raka coefficients and CG coefficients। so ਜਿਹੜੇ Raka coefficients W ਦੇ corresponding ਆ ਰਹੇ ਹੈ and CG coefficient ਦੇ ਵਿਚਕਾਰ ਵੀ ਆਪਾਂ relation फाइंड आउट कर सकते हो। तो सिंपल टर्म्स लिखी हुई है बेटा, तो कुछ नहीं है बेटा, ये तुसी आप खुद स्टडी कर सकते हो। तो ये वाला टॉपिक मैं अज तुहाडे ते छड्ड दे, सो 9 नंबर पेज वाला तुसी इहनूं देख के एक बारी नोट डाउन कर लियो, बाकी चीज़ां आपां बेटा नैक्सट टाइम डिस्कस करांगे। 3J सिंबल 9J सिंबल 6J सिंबल की होंगे। सो थैंक यू वेरी मच। अगर कोई डाउट्स वगैरह है तो बेटा अपने को 5 मिनट है, तुसी मैनूं पुछ सकदे हो।